ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਨੈਸ ਅਭਿਆਸ ਸ਼ੀਟ ਨੰਬਰ 32 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਵਿਸ਼ੇ ਦੇ ਵਿੱਚ ਬੱਚਿਓ ਸਭ ਤੋਂ ਪਹਿਲਾਂ ਰੋਜ਼ ਵਾਂਗ ਅੱਜ ਫੇਰ ਇੱਕ ਪੈਰਾ ਹੈ ਜਿਹੜਾ ਕਿ ਜਦੋਂ ਤੁਸੀਂ ਪੈਰਾ ਪੜ੍ਹੋਗੇ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਏਗਾ ਕਿ ਇਹ ਕਿਸ ਪਾਠ ਵਿੱਚੋਂ ਆਇਆ ਹੈ। ਆਓ ਪੈਰਾ ਪੜ੍ਹਨਾ ਸ਼ੁਰੂ ਕਰਦੇ ਹਾਂ। ਹਰਮੀਤ ਨੇ ਪੁੱਛਿਆ, ਮਾਂ ਜੀ ਇਸ ਫੁਲਕਾਰੀ ਨੂੰ ਕੀ ਕਹਿੰਦੇ ਨੇ? ਜਿਹੜੀ ਉੱਪਰ ਤਿਕੋਣੀ ਸ਼ਕਲ ਵਿੱਚ ਕਢਾਈ ਕੀਤੀ ਏ ਤੇ ਬਾਕੀ ਸਾਰੀ ਖਾਲੀ ਛੱਡੀ ਹੋਈ ਹੈ, ਇਹ ਘੂੰਗਟ ਬਾਗ ਹੈ। ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਜਾਂਦੀ ਹੈ। ਇਹ ਚੋਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਪਹਿਲਾਂ ਚੂੜਾ ਚੜਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ। ਇਹ ਦੂਜੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਸੀ। ਇਸ ਵਾਂਗ ਇਸ ਦੀ ਕਢਾਈ ਖਾਸ ਗੁੰਝਲਦਾਰ ਤੋਪੇ ਨਾਲ ਕੀਤੀ ਜਾਂਦੀ ਸੀ। ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ। ਇਹ ਕੁੜੀਆਂ ਦੇ ਦਾਜ ਦੀ ਖਾਸ ਚੀਜ਼ ਹੁੰਦੀ ਹੈ। ਇਸ ਵਾਂਗ ਸੁੱਭਰ ਵੀ ਸ਼ਗਨਾਂ ਦਾ ਕੱਪੜਾ ਹੁੰਦਾ ਸੀ। ਇਹਨੂੰ ਲਾਵਾਂ ਫੇਰਿਆਂ ਵੇਲੇ ਦੇ ਮੌਕੇ 'ਤੇ ਦਿੱਤਾ ਜਾਂਦਾ ਸੀ। ਵੇਖ ਇਹਦੇ ਵਿੱਚ ਕੰਨੀਆਂ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ। ਇਸ ਦੇ ਵਿਚਕਾਰ ਸਿਰਫ 5 ਫੁੱਲ ਹੀ ਕੱਢੇ ਹੋਏ ਹਨ। ਬਾਕੀ ਦਾ ਹਿੱਸਾ ਸਾਫ਼ ਹੈ। ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦਿਆਂ ਕਿਹਾ। ਸੋ ਇਹ ਸੀ ਬੱਚਿਓ ਪੈਰਾ, ਔਰ ਤੁਸੀਂ ਭਲੀ ਭਾਂਤ ਜਾਣਦੇ ਹੋ ਪੈਰੇ ਦੇ ਵਿੱਚ ਸਾਰੀਆਂ ਫੁਲਕਾਰੀਆਂ ਦੇ ਸੰਬੰਧੀ ਕਿੰਨੇ ਕਿਸਮ ਦੀਆਂ ਫੁਲਕਾਰੀਆਂ ਨੇ ਜਾਣਕਾਰੀ ਇਸ ਪੈਰੇ ਵਿੱਚ ਦੇ ਦਿੱਤੀ ਗਈ ਹੈ। ਆਓ ਹੁਣ ਪ੍ਰਸ਼ਨਾਂ ਦੇ ਉੱਤਰ ਜਿਹੜੇ ਹੈ ਉਹ ਲੱਭਾਂਗੇ। ਪ੍ਰਸ਼ਨ ਕੀ ਨੇ ਉਹ ਵੇਖਦੇ ਹਾਂ। ਸਭ ਤੋਂ ਪਹਿਲਾਂ ਪਹਿਲਾ ਪ੍ਰਸ਼ਨ ਲੈਂਦੇ ਹਾਂ। ਲਾਵਾਂ ਫੇਰਿਆਂ ਦੇ ਮੌਕੇ 'ਤੇ ਦਿੱਤੀ ਜਾਣ ਵਾਲੀ ਫੁਲਕਾਰੀ ਨੂੰ ਕੀ ਕਿਹਾ ਜਾਂਦਾ ਹੈ? ਤਾਂ ਪੈਰੇ ਵਿੱਚ ਪੜ੍ਹ ਕੇ ਆਏ ਹਾਂ। ਉਸ ਨੂੰ ਬੇਟਾ ਘੂੰਗੜ ਬਾਗ ਕਿਹਾ ਜਾਂਦਾ ਹੈ, ਜਾਂ ਸੁੱਭਰ ਫੁਲਕਾਰੀ ਜਾਂ ਚੋਪ ਕਿਹਾ ਜਾਂਦਾ ਹੈ। ਤਾਂ ਪੈਰੇ ਦੇ ਵਿਚਕਾਰ ਬਿਲਕੁਲ ਲਿਖਿਆ ਹੈ, ਤੁਸੀਂ ਪੜ੍ਹ ਵੀ ਸਕਦੇ ਹੋ ਕਿ ਸੁੱਭਰ ਜਿਹੜਾ ਹੈ ਉਹ ਵਿਆਹ ਵੇਲੇ ਲਾਵਾਂ ਫੇਰਿਆਂ ਵੇਲੇ ਫੁਲਕਾਰੀ ਦਿੱਤੀ ਜਾਂਦੀ ਸੀ। ਉੱਤਰ ਆਏਗਾ ਐੜਾ। ਪ੍ਰਸ਼ਨ ਨੰਬਰ 2, ਇਹ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ? ਤਾਂ ਤੁਸੀਂ ਪਾਠ ਨੂੰ ਭਲੀ ਭਾਂਤ ਹੀ ਸਮਝ ਗਏ ਹੋਗੇ ਕਿ ਇਸ ਪਾਠ ਦਾ ਕੀ ਨਾਂ ਹੈ। ਸੱਚੀ ਮਿੱਤਰਤਾ, ਫੁਲਕਾਰੀ ਕਲਾ, ਰੇਸ਼ਮ ਦਾ ਕੀੜਾ ਕਿ ਜਾਂ 12 ਮਾਹ। ਤਾਂ ਇਸ ਜਿਹੜੇ ਪਾਠ ਵਿੱਚੋਂ ਲਿਆ ਗਿਆ ਹੈ ਬੱਚਿਓ, ਉਸ ਪਾਠ ਦਾ ਨਾਮ ਹੈ ਫੁਲਕਾਰੀ ਕਲਾ। ਉੱਤਰ ਆਏਗਾ ਐੜਾ। ਪ੍ਰਸ਼ਨ ਨੰਬਰ 3, ਹੇਠਾਂ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਨਾਮ ਹੈ? ਨਾਮ ਮੀਨਸ ਕਿਸੇ ਵੀ ਚੀਜ਼ ਵਸਤੂ ਦਾ ਨਾਮ ਹੋਵੇ ਉਸ ਨੂੰ ਅਸੀਂ ਨਾਮ ਕਹਿੰਦੇ ਹਾਂ। ਮਨੁੱਖ, ਪਸ਼ੂ, ਜੀਵ ਜੰਤੂ, ਜੰਗਲ, ਪਹਾੜ, ਇਲਾਕੇ ਸਾਰਿਆਂ ਦੇ ਨਾਮ ਹੁੰਦੇ ਨੇ। ਹੁਣ ਦੇਖਣਾ ਇਹਨਾਂ 'ਚੋਂ ਨਾਮ ਕਿਹੜਾ ਹੈ। ਪਹਿਲਾ ਹੈ ਹਰਮੀਤ, ਦੂਸਰਾ ਹੈ ਮੈਨੂੰ। ਹੁਣ ਮੈਨੂੰ ਨਾਮ ਨਹੀਂ ਹੈ, ਪਤਾ ਲੱਗ ਰਿਹਾ ਹੈ। ਇਹ ਵੀ ਪੜਨਾਮ ਹੈ, ਮੈਨੂੰ ਵੀ ਪੜਨਾਮ ਹੈ, ਇਸ ਇਹ ਵੀ ਪੜਨਾਮ ਹੈ। ਸੋ ਇੱਕੋ ਹੀ ਬਚਿਆ ਹਰਮੀਤ, ਉਹ ਨਾਮ ਹੈ। ਉੱਤਰ ਆਏਗਾ ਊੜਾ। ਪ੍ਰਸ਼ਨ ਨੰਬਰ 4, ਹੇਠ ਲਿਖੇ ਵਾਕਾਂ ਵਿਚਲੇ ਢੁਕਵੇਂ ਨਾਮ ਸ਼ਬਦ ਦੇ ਲਿੰਗ ਬਦਲ ਕੇ ਸਹੀ ਵਿਕਲਪ ਕਿਹੜਾ ਹੋਵੇਗਾ? ਹੁਣ ਅਗਲੇ ਬੰਨੇ ਤੁਹਾਨੂੰ ਇੱਕ
ਵਾਕ ਦਿੱਤਾ ਹੈ। ਉਹ ਵਾਕ ਹੈ ਲੂੰਬੜੀ ਨੇ ਛਾਲ ਲਗਾਈ। ਸੋ ਲਿੰਗ ਬਦਲਣਾ ਹੈ, ਲੂੰਬੜੀ ਦੀ ਜਗ੍ਹਾ ਲੂੰਬੜ ਹੋ ਜਾਏਗਾ, ਬਾਕੀ ਉਸ ਤਰ੍ਹਾਂ ਰਹੇਗਾ। ਲੂੰਬੜ ਨੇ ਛਾਲ ਲਗਾਈ। ਉੱਤਰ ਆਏਗਾ ਐੜਾ। ਇਹ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਕੁੜੀ ਦੇ ਵਿਆਹ ਸਮੇਂ ਸੁਹਾਗ ਗਾਇਆ ਜਾਂਦਾ ਹੈ। ਕੁੜੀ ਦੇ ਵਿਆਹ ਨੂੰ ਘੋੜੀਆਂ ਗਾਈਆਂ ਜਾਂਦੀਆਂ ਹਨ। ਕੁੜੀ ਦੇ ਵਿਆਹ ਸਮੇਂ ਟੱਪੇ ਗਾਏ ਜਾਂਦੇ ਹਨ, ਜਾਂ ਕੁੜੀ ਦੇ ਵਿਆਹ ਸਮੇਂ ਸਿੱਠਣੀਆਂ ਗਾਈਆਂ ਜਾਂਦੀਆਂ ਹਨ। ਤਾਂ ਬੇਟਾ ਤੁਹਾਨੂੰ ਮੈਂ ਦੱਸ ਦੇਵਾਂ ਵਿਸਥਾਰ ਵਿੱਚ, ਇਹ ਕੁੜੀ ਦੇ ਵਿਆਹ ਦੇ ਵਿੱਚ ਕੀ ਗਾਇਆ ਜਾਂਦਾ ਹੈ, ਇਹ ਆਪਾਂ ਬਾਅਦ ਦੱਸਾਂਗੇ। ਸਭ ਤੋਂ ਪਹਿਲਾਂ ਆਪਸ਼ਨ ਐੜਾ ਹੈ, ਕੁੜੀ ਦੇ ਵਿਆਹ ਨੂੰ ਘੋੜੀਆਂ ਗਾਈਆਂ ਜਾਂਦੀਆਂ ਹਨ, ਤਾਂ ਗਲਤ ਹੈ। ਘੋੜੀਆਂ ਜਿਹੜੀਆਂ ਨੇ ਇਹ ਲੜਕੇ ਦੇ ਵਿਆਹ 'ਚ ਗਾਈਆਂ ਜਾਂਦੀਆਂ ਨੇ। ਕੁੜੀ ਦੇ ਵਿਆਹ ਸਮੇਂ ਟੱਪੇ ਗਾਏ ਜਾਂਦੇ ਹੈ। ਟੱਪੇ ਵੀ ਜਿਹੜੇ ਹੈ ਇਹ ਜ਼ਿਆਦਾਤਰ ਜਿਹੜੇ ਹੈ ਇਹ ਲੜਕੇ ਦੇ ਵਿਆਹ ਵੇਲੇ ਗਾਏ ਜਾਂਦੇ ਆ। ਕੁੜੀ ਦੇ ਵਿਆਹ ਸਮੇਂ ਸਿੱਠਣੀਆਂ ਗਾਈਆਂ ਜਾਂਦੀਆਂ ਨੇ। ਸਿੱਠਣੀਆਂ ਜਿਹੜੀਆਂ ਨੇ ਇਹ ਵੀ ਲੜਕੇ ਦੇ ਸ਼ਾਦੀ ਵੇਲੇ ਸਿੱਠਣੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਸੋ ਉੱਤਰ ਆਏਗਾ ਕੁੜੀ ਦੇ ਵਿਆਹ ਸਮੇਂ ਸੁਹਾਗ ਜਿਹੜੇ ਗਾਏ ਜਾਂਦੇ ਆ। ਉੱਤਰ ਆਏਗਾ ਊੜਾ। ਅੱਗੇ ਚੱਲਦੇ ਹਾਂ। ਵਿਸ਼ਾ ਗਣਿਤ। ਹੇਠਾਂ ਦਿੱਤੇ ਤਾਰਿਆਂ ਦੇ ਸਮੂਹ ਵਿੱਚੋਂ ਰੰਗਦਾਰ ਤਾਰਿਆਂ ਦੀ ਬਣਦੀ ਭਿੰਨ ਪਤਾ ਕਰੋ। ਬਹੁਤ ਸੌਖਾ ਹੈ। ਕੁੱਲ ਤਾਰੇ ਕਿੰਨੇ ਨੇ ਪਹਿਲਾਂ ਹੀ ਗਿਣਾਂਗੇ। ਕੁੱਲ ਤਾਰੇ ਨੂੰ ਜਿਹੜਾ ਹੈ ਉਹ ਅਸੀਂ ਥੱਲੇ ਰੱਖ ਲਾਂਗੇ, ਔਰ ਉੱਪਰ ਜਿੰਨੇ ਰੰਗਦਾਰ ਤਾਰੇ ਨੇ ਉਹ ਉੱਪਰ ਲਿਖ ਲਾਂਗੇ। ਰੰਗਦਾਰ ਤਾਰੇ ਨੇ 2, ਭਿੰਨ ਬਣ ਜਾਏਗੀ 2/5। ਉੱਤਰ ਆ ਜਾਏਗਾ ਸੱਸਾ। ਪ੍ਰਸ਼ਨ ਨੰਬਰ 2, ਹੇਠ ਦਿੱਤੀਆਂ ਭਿੰਨਾਂ ਦਾ ਕਿਹੜਾ ਜੋੜਾ ਤੁੱਲ ਭਿੰਨ ਦਰਸਾ ਰਿਹਾ ਹੈ? ਹੁਣ ਬੇਟਾ ਤੁੱਲ ਭਿੰਨ ਕੀ ਹੁੰਦੀ ਹੈ? ਬਰਾਬਰ ਭਿੰਨ। ਹੁਣ ਬਰਾਬਰ ਕਰਨ ਵਾਸਤੇ ਕਿਉਂਕਿ 2-2 ਭਿੰਨਾਂ ਦਿੱਤੀਆਂ ਨੇ, ਜਿੱਥੇ ਲੋੜ ਪਵੇਗੀ ਅਸੀਂ ਇੱਕੋ ਜਿਹੇ ਪਹਾੜੇ ਵਿੱਚ ਉੱਪਰ ਥੱਲੇ ਅੰਸ਼ ਅਤੇ ਹਰ ਨੂੰ ਭਾਗ ਕਰਾਂਗੇ, ਔਰ ਛੋਟੀ ਭਿੰਨ ਬਣਾਵਾਂਗੇ, ਭਿੰਨ ਦਾ ਛੋਟਾ ਰੂਪ ਬਣਾਵਾਂਗੇ, ਤਾਂ ਹੀ ਪਤਾ ਲੱਗ ਸਕੇਗਾ ਕਿ ਕਿਹੜੀ ਭਿੰਨ ਤੁੱਲ ਹੈ। ਪਹਿਲਾਂ ਊੜਾ ਭਿੰਨ ਲੈਂਦੇ ਹਾਂ। ਇਹ ਹੈ 7/12 ਔਰ 14/21। ਹੁਣ 7 ਦੇ ਪਹਾੜੇ ਵਿੱਚ 14 ਤੇ ਚਲੇ ਜਾਏਗਾ। 7 ਦੂਣੀ 14 ਔਰ 7 ਤੀਏ 21 ਹੁੰਦੇ ਆ। ਇਸ ਕਰਕੇ ਇਹ ਭਿੰਨ ਤੁੱਲ ਨਹੀਂ ਹੋਏਗੀ, ਕਿਉਂਕਿ ਥੱਲੜਾ 21 ਜਿਹੜਾ ਹੈ, ਹਰ ਜਿਹੜਾ ਹੈ 21, ਇਹ 7 ਦੇ ਪਹਾੜੇ ਵਿੱਚ ਭਾਗ ਨਹੀਂ ਹੁੰਦਾ। ਇਸ ਕਰਕੇ ਅਗਲੀ ਭਿੰਨ ਵੇਖਾਂਗੇ 2/3 4/9। ਇਸ ਨੂੰ ਕਰਾਂਗੇ, ਥੋੜ੍ਹਾ ਜ਼ੂਮ ਕਰ ਲੈਂਦੇ ਹਾਂ। ਤਾਂ ਜਦੋਂ ਇਸ ਨੂੰ ਕਰਾਂਗੇ ਤਾਂ ਇਹ ਉਸ ਤਰ੍ਹਾਂ ਰਹੇਗਾ। ਇਹਨੂੰ ਆਪਾਂ ਕਟਿੰਗ ਕਰਾਂਗੇ, 2 ਦੇ ਪਹਾੜੇ ਵਿੱਚ ਭਾਗ ਕਰਾਂਗੇ। 2 ਦੂਣੀ 4, 3 ਤੀਏ 9, ਮਤਲਬ ਇਹਦੇ ਬਰਾਬਰ ਇਹ ਭਿੰਨ ਬਣ ਗਈ ਹੈ। 2/3 2/3। ਅਗਲੀ ਵੀ ਇਸੇ ਤਰ੍ਹਾਂ ਨਹੀਂ ਬਣੇਗੀ, ਇੱਕੋ ਪਹਾੜੇ ਵਿੱਚ ਨਹੀਂ ਜਾਏਗੀ, ਉੱਪਰ ਥੱਲੇ ਅੰਸ਼ਾਰ ਵਿੱਚ। ਇਸ ਕਰਕੇ ਉੱਤਰ ਆਏਗਾ ਇਹਦਾ ਐੜਾ। ਪ੍ਰਸ਼ਨ ਨੰਬਰ 3, ਦਿੱਤੀ ਭਿੰਨ 37/10 ਦਾ ਦਸ਼ਮਲਵ ਰੂਪ ਕੀ ਹੋਵੇਗਾ? ਤਾਂ ਆਪਾਂ ਰੋਜ਼ ਹੀ ਕਰਦੇ ਹਾਂ ਬੇਟਾ, ਇਹ ਪ੍ਰੈਕਟਿਸ ਤਾਂ ਅਸੀਂ ਰੋਜ਼ ਸਕੂਲ ਵਿੱਚ ਕਰਦੇ ਹੀ ਹਾਂ। ਪ੍ਰੋਜੈਕਟਰ 'ਤੇ, ਬਲੈਕ ਬੋਰਡ 'ਤੇ ਦਸ਼ਮਲਵ ਪ੍ਰਣਾਲੀ ਅਸੀਂ ਕਰ ਚੁੱਕੇ ਹਾਂ। ਔਰ ਇਹਦੇ ਤਹਿਤ ਤੁਹਾਨੂੰ ਦੱਸਿਆ ਜਿਹੜਾ ਹਰ ਹੈ, ਜਦੋਂ ਦਹਾਈਆਂ, ਸੈਂਕੜਿਆਂ, ਹਜ਼ਾਰਾਂ ਦੇ ਰੂਪ 'ਚ ਆਏਗਾ ਥੱਲੇ, ਤਾਂ 1 ਨੂੰ ਅਸੀਂ ਦਸ਼ਮਲਵ ਮੰਨਦੇ ਹਾਂ। ਬਾਕੀ ਜਿਹੜੇ ਅੱਗੇ 0 ਨੇ ਉਹ ਉੱਪਰਲੇ ਅੰਕਾਂ ਨਾਲ ਮੇਲ ਜਿਹੜੇ ਖਾਂਦੇ ਨੇ, ਉਹਨਾਂ ਨਾਲ ਉਹ ਰਲਣਗੇ। ਕਿਵੇਂ? ਜਿਵੇਂ 37/10 ਹੈ, ਤਾਂ 0 ਜਿਹੜਾ ਹੈ ਉਹ 7 ਦੇ ਤੁੱਲ ਹੋ ਗਿਆ, ਔਰ 1 ਜਿਹੜਾ ਹੈ ਇਹ ਅੱਗੇ ਦਸ਼ਮਲਵ ਬਣ ਗਿਆ। 3.7 ਜਿਹੜਾ ਹੈ ਉੱਤਰ ਆਏਗਾ। ਉੱਤਰ ਆ ਜਾਏਗਾ ਐੜਾ। ਅੱਗੇ ਚੱਲਦੇ ਹਾਂ। ਕਿਸੇ ਕ੍ਰਿਕਟ ਦੇ ਖਿਡਾਰੀ ਦੁਆਰਾ ਲਗਾਤਾਰ 4 ਸਾਲਾਂ ਵਿੱਚ ਬਣਾਈਆਂ ਗਈਆਂ ਦੌੜਾਂ ਛੜ ਗ੍ਰਾਫ ਵਿੱਚ ਦਰਸਾਈਆਂ ਗਈਆਂ ਹਨ। ਇਹ ਥੱਲੇ ਛੜ ਗ੍ਰਾਫ ਦਿੱਤੇ ਨੇ,
ਖਿਡਾਰੀ ਦੁਆਰਾ ਬਣਾਈਆਂ ਗਈਆਂ ਦੌੜਾਂ ਦਰਸਾ ਦਿੱਤੀਆਂ ਗਈਆਂ ਨੇ। ਇਸ ਨੂੰ ਦੇਖ ਕੇ ਦੱਸੋ ਕਿ ਖਿਡਾਰੀ ਦੁਆਰਾ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਬਣਾਈਆਂ ਗਈਆਂ ਦੌੜਾਂ ਦਾ ਅੰਤਰ ਕਿੰਨਾ ਹੈ। ਹੁਣ ਬੇਟਾ ਸਵਾਲ 2 ਹੈ ਇੱਥੇ। ਸਭ ਤੋਂ ਪਹਿਲਾਂ ਅਸੀਂ ਸਭ ਤੋਂ ਵੱਧ ਦੌੜਾਂ ਲੱਭਾਂਗੇ ਅਤੇ ਸਭ ਤੋਂ ਘੱਟ ਦੌੜਾਂ ਲੱਭਾਂਗੇ, ਔਰ ਸਵਾਲ ਨੰਬਰ 2 ਹੈ ਫਿਰ ਇਹਨਾਂ ਦੋਵਾਂ ਦਾ ਅੰਤਰ ਪਤਾ ਕਰਨ ਲਈ ਦੋਵਾਂ ਨੂੰ ਆਪਸ ਵਿੱਚ ਘਟਾ ਦਾਂਗੇ, ਫਿਰ ਉੱਤਰ ਪ੍ਰਾਪਤ ਹੋਏਗਾ। ਸਭ ਤੋਂ ਪਹਿਲਾਂ ਘੱਟ ਅਤੇ ਵੱਧ ਦੌੜਾਂ ਦੋਵੇਂ ਲੱਭਾਂਗੇ। ਸਭ ਤੋਂ ਵੱਧ ਦੌੜਾਂ ਜਿਹੜੀਆਂ ਨੇ ਉਹ ਜਿਹੜੇ ਸਾਲ 'ਚ ਬਣੀਆਂ ਨੇ ਉਹ ਸਾਲ ਇਸ ਪਾਸੇ ਨੂੰ ਹੈ, ਉਹ ਸਾਲ ਇਸ ਪਾਸੇ ਨੂੰ ਹੈ, ਔਰ ਦੌੜਾਂ ਜਿਹੜੀਆਂ ਨੇ ਇਹ ਉੱਪਰ ਵੱਲੋਂ ਦਰਸਾਈਆਂ ਗਈਆਂ ਨੇ। ਸਭ ਤੋਂ ਵੱਧ ਦੌੜਾਂ ਜਿਹੜੀਆਂ ਨੇ ਨੀਲੀ ਛੜ ਜਿਹੜੀ ਹੈ ਉਹ ਦਰਸਾ ਰਹੀ ਹੈ। ਇਸ ਨੂੰ ਦੇਖਾਂਗੇ ਕਿੰਨੀਆਂ ਦੌੜਾਂ ਨੇ। ਔਰ ਇਹ 400 ਦੇ ਕਰੀਬ ਦੌੜਾਂ ਨੇ, ਪੂਰੀਆਂ 400 ਨੇ। ਐਰੋ ਥੋੜ੍ਹਾ ਜਿਹਾ ਵਿੰਗਾ ਹੈ। ਤੁਸੀਂ ਦੇਖ ਸਕਦੇ ਹੋ 400 ਦੇ ਕਰੀਬ ਨੇ। ਔਰ ਸਭ ਤੋਂ ਘੱਟ ਦੌੜਾਂ ਨੇ ਯੈਲੋ ਪੀਲੇ ਛੜਗ੍ਰਾਫ ਦੀਆਂ, ਜਿਹੜੀਆਂ ਕਿ 200 ਨੇ। ਦੋ ਸੌ 50 ਨੇ, ਸੌਰੀ 250। ਵੱਧ ਸਭ ਤੋਂ ਵੱਧ ਦੌੜਾਂ ਨੇ 400, ਸਭ ਤੋਂ ਘੱਟ ਨੇ 250। ਹੁਣ ਇਹ ਦੋਵਾਂ ਦਾ ਅੰਤਰ ਪਤਾ ਕਰਾਂਗੇ ਤਾਂ ਸਾਨੂੰ ਉੱਤਰ ਪ੍ਰਾਪਤ ਹੋ ਜਾਏਗਾ। ਉੱਤਰ ਆ ਜਾਏਗਾ 150। ਉੱਤਰ ਆ ਜਾਏਗਾ ਊੜਾ। ਪ੍ਰਸ਼ਨ ਨੰਬਰ 5, ਉਪਰੋਕਤ ਛੜਗ੍ਰਾਫ ਅਨੁਸਾਰ ਖਿਡਾਰੀ ਦੁਆਰਾ ਲਗਾਤਾਰ 4 ਸਾਲਾਂ ਦੌਰਾਨ ਕੁੱਲ ਕਿੰਨੀਆਂ ਦੌੜਾਂ ਬਣਾਈਆਂ ਗਈਆਂ ਹਨ। ਲਗਾਤਾਰ 4 ਸਾਲ 14, 15, 16 ਅਤੇ 17 ਇਹਨਾਂ ਸਾਰਿਆਂ ਦਾ ਜੋੜ ਅਸੀਂ ਕਰ ਦੇਵਾਂਗੇ। ਹੁਣ ਅਸੀਂ ਸਾਰਿਆਂ ਨੂੰ ਵੇਖਣਾ ਪਏਗਾ। ਸਾਨੂੰ ਲਾਲ ਛੜਗ੍ਰਾਫ ਜਿਹੜੀ ਹੈ ਇਸ ਨੂੰ ਦੇਖਣਾ ਪਏਗਾ। ਇਸ 'ਤੇ ਹਨ 350, ਯੈਲੋ ਵਾਲੀਆਂ 250 ਨੇ, ਇਸ ਤੋਂ ਬਾਅਦ ਜਿਹੜੀਆਂ ਨੀਲੀਆਂ ਨੇ ਉਹ 400 ਨੇ, ਔਰ ਹਰੀਆਂ ਜਿਹੜੀਆਂ ਨੇ ਉਹ 300 ਨੇ। ਦੱਸੋ ਜਦੋਂ ਅਸੀਂ ਸਾਰੇ ਦਾ ਬੇਟਾ ਜੋੜ ਕਰਾਂਗੇ ਤਾਂ ਇਹ ਦੌੜਾਂ ਜਿਹੜੀਆਂ ਨੇ ਉਹ ਕਿੰਨੀਆਂ ਬਣ ਜਾਣਗੀਆਂ। ਉਹ ਜੋੜ ਕਰਾਂਗੇ 1300। ਸੋ 1300 ਦੌੜਾਂ ਜਿਹੜੀਆਂ ਨੇ 4 ਸਾਲਾਂ 'ਚ ਬਣੀਆਂ ਨੇ। ਸੋ ਦੇਖਦੇ ਹਾਂ ਕਿ ਇਹ ਉੱਤਰ ਕਿੱਥੇ ਹੈ। ਉੱਤਰ ਹੈ ਈੜੀ। ਇੱਕ 1300। ਅੱਗੇ ਚੱਲਦੇ ਹਾਂ। ਵਾਤਾਵਰਨ ਸਿੱਖਿਆ। ਪੁਰਾਣੇ ਸਮਿਆਂ ਵਿੱਚ ਤਸਵੀਰ ਵਾਲੀ ਵਸਤੂ ਕਿਸ ਕੰਮ ਲਈ ਵਰਤੀ ਜਾਂਦੀ ਸੀ। ਊੜਾ ਕੱਪੜੇ ਸਿਉਣ ਲਈ, ਐੜਾ ਕੱਪੜੇ ਲਈ, ਧਾਗਾ ਤਿਆਰ ਕਰਨ ਲਈ, ਈੜੀ ਮਨੋਰੰਜਨ ਲਈ, ਜਾਂ ਉਪਰੋਕਤ ਸਾਰੇ ਕੰਮਾਂ ਲਈ। ਤਾਂ ਬੇਟਾ ਬੜਾ ਹੀ ਰੌਚਕ ਕੁਐਸਚਨ ਹੈ। ਇਸ ਨੂੰ ਚਰਖਾ ਕਹਿੰਦੇ ਨੇ। ਸਭ ਤੋਂ ਪਹਿਲਾਂ ਇਹ ਦੱਸ ਦੇਵਾਂ, ਉਸ ਤੋਂ ਬਾਅਦ ਇਹ ਵੀ ਪਤਾ ਲੱਗ ਜਾਵੇ ਤੁਹਾਨੂੰ ਕਿ ਮਨੋਰੰਜਨ ਲਈ ਵੀ ਇਹ ਵਰਤਿਆ ਜਾਂਦਾ ਸੀ, ਕਿਉਂਕਿ ਤ੍ਰਿੰਜਣ ਜਦੋਂ ਲੜਕੀਆਂ ਚਰਖੇ ਕੱਤਦੀਆਂ ਸੀ, ਗੀਤ ਗਾਉਂਦੀਆਂ ਸੀ, ਤਾਂ ਮਨੋਰੰਜਨ ਦਾ ਸਾਧਨ ਵੀ ਬਣਦਾ ਸੀ, ਧਾਗਾ ਵੀ ਕੱਤਿਆ ਜਾਂਦਾ ਸੀ ਇੱਥੇ। ਔਰ ਕੱਪੜੇ ਸਿਉਣ ਲਈ ਧਾਗੇ ਦੀ ਲੋੜ ਹੁੰਦੀ ਹੈ, ਇਸ ਕਰਕੇ ਕੱਪੜੇ ਸਿਉਣ ਲਈ ਵੀ ਇਸ ਦੀ ਵਰਤੋਂ ਹੁੰਦੀ ਆ, ਕਿਉਂਕਿ ਇਹ ਤੇ ਕੱਪੜਾ ਇਹਦੇ ਉੱਤੇ ਧਾਗਾ ਨਹੀਂ ਬਣੇਗਾ ਤਾਂ ਕੱਪੜਾ ਕਿਹੜੇ ਧਾਗੇ ਤੋਂ ਤਿਆਰ ਹੋਏਗਾ। ਠੀਕ ਹੈ। ਸੋ ਕੱਪੜੇ ਸਿਉਣ ਲਈ ਵੀ ਇਸ ਦੀ ਵਰਤੋਂ ਹੁੰਦੀ ਸੀ, ਕੱਪੜੇ ਲਈ ਧਾਗਾ ਤਿਆਰ ਕਰਨ ਲਈ ਵੀ,
ਤੇ ਮਨੋਰੰਜਨ ਲਈ ਵੀ। ਹੁਣ ਇਹਦੇ ਵਿੱਚ ਅਗਰ ਕੁਐਸਚਨ ਦਾ ਦੂਸਰਾ ਰੂਪ ਵੇਖੀਏ ਤਾਂ ਕੁਐਸਚਨ ਦਾ ਦੂਸਰਾ ਰੂਪ ਇਹ ਹੈ ਬੇਟੇ, ਜਿਹੜਾ ਕਿ ਸਹੀ ਹੈ, ਸਹੀ ਪਹਿਲਾਂ ਵੀ ਹੈ, ਲੇਕਿਨ ਤੁਸੀਂ ਜੋ ਕੰਟੈਂਟ ਨੂੰ, ਇਸ ਤਸਵੀਰ ਨੂੰ ਦੇਖ ਕੇ ਜੋ ਪੁੱਛਿਆ ਗਿਆ ਹੈ ਉਸ ਦਾ ਉੱਤਰ ਦੇਣਾ ਹੈ, ਤਾਂ ਉਹ ਸਿਰਫ ਇੰਨਾ ਹੀ ਆਏਗਾ, ਕੱਪੜੇ ਲਈ ਧਾਗਾ ਤਿਆਰ ਕਰਨ ਲਈ, ਕਿਉਂਕਿ ਚਰਖਾ ਹੈ, ਇਸ ਦਾ ਕੰਮ ਇੱਕ ਹੀ ਹੈ। ਸੋ ਇਸ ਦਾ ਉੱਤਰ ਆਪਾਂ ਜਿਹੜਾ ਹੈ ਐੜਾ ਹੀ ਲਗਾਵਾਂਗੇ, ਕਿਉਂਕਿ ਕੱਪੜੇ ਇੱਥੇ ਨਹੀਂ ਸਿਉਏ ਜਾ ਸਕਦੇ। ਲੇਕਿਨ ਜੋ ਮੈਂ ਪਹਿਲਾਂ ਗੱਲ ਕੀਤੀ ਹੈ ਉਹ ਉੱਤਰ ਆਪਣੇ ਥਾਂ ਵੀ ਸਹੀ ਹੈ, ਲੇਕਿਨ ਸਹੀ ਉੱਤਰ ਜਿਹੜਾ ਹੈ ਕੰਟੈਂਟ ਦੇ ਮੁਤਾਬਕ ਜੋ ਪੁੱਛਿਆ ਗਿਆ ਹੈ ਉਹ ਇਹੀ ਹੈ, ਐੜਾ। ਪ੍ਰਸ਼ਨ ਨੰਬਰ 2, ਸਿਮਰਨ ਦੀ ਮੰਮੀ ਕੱਪੜੇ ਧੋਣ ਪਿੱਛੋਂ ਸੁੱਕਣ ਲਈ ਧੁੱਪੇ ਪਾਉਂਦੀ ਹੈ। ਅਜਿਹਾ ਕਰਨ ਕੱਪੜੇ ਜਲਦੀ ਕਿਉਂ ਸੁੱਕ ਜਾਂਦੇ ਹਨ? ਊੜਾ, ਧੁੱਪ ਵਾਸ਼ਪੀਕਰਨ ਦੀ ਕਿਰਿਆ ਨੂੰ ਤੇਜ਼ ਕਰ ਦਿੰਦੀ ਹੈ। ਧੁੱਪ ਵਾਸ਼ਪੀਕਰਨ ਦੀ ਕਿਰਿਆ ਨੂੰ ਹੌਲੀ ਕਰ ਦਿੰਦੀ ਹੈ। ਧੁੱਪ ਸੰਘਣਨ ਦੀ ਕਿਰਿਆ ਨੂੰ ਤੇਜ਼ ਕਰ ਦਿੰਦੀ ਹੈ। ਧੁੱਪ ਸੰਘਣਨ ਦੀ ਕਿਰਿਆ ਨੂੰ ਹੌਲੀ ਕਰ ਦਿੰਦੀ ਹੈ। ਤਾਂ ਵਾਸ਼ਪੀਕਰਨ ਦੀ ਕਿਰਿਆ ਬੇਟਾ ਤੇਜ਼ ਹੋ ਜਾਂਦੀ ਹੈ ਧੁੱਪ ਵਿੱਚ, ਕਿਉਂਕਿ ਜੋ ਸੇਕ ਵੱਜਦਾ ਹੈ, ਧੁੱਪ ਲੱਗਦੀ ਹੈ ਤਾਂ ਵਾਸ਼ਪੀਕਰਨ ਹੁੰਦਾ ਹੈ ਪਾਣੀ ਦਾ, ਔਰ ਹੋਰ ਤੇਜ਼ ਹੋ ਜਾਂਦਾ ਹੈ ਜਦੋਂ ਧੁੱਪੇ ਪਾਏ ਜਾਂਦੇ ਨੇ। ਸੋ ਉੱਤਰ ਆਏਗਾ ਊੜਾ। ਪ੍ਰਸ਼ਨ ਨੰਬਰ 3, ਰਾਜੂ ਦੀ ਮੰਮੀ ਨੇ ਉਸ ਨੂੰ ਦੋਧੀ ਤੋਂ ਦੁੱਧ ਲਿਆਉਣ ਲਈ ਕਿਹਾ। ਦੋਧੀ ਦੁੱਧ ਤੋਲਣ ਲਈ ਕਿਸ ਮਾਪ ਦੀ ਵਰਤੋਂ ਕਰੇਗਾ? ਤਾਂ ਦੋਧੀ ਕਿਸ ਮਾਪ ਦੀ ਵਰਤੋਂ ਕਰੇਗਾ? ਤੱਕੜੀ ਦੀ। 1 ਲੀਟਰ ਦਿੱਤਾ ਹੋਇਆ ਹੈ, ਸਕੇਲ ਦਿੱਤਾ ਹੈ, ਔਰ ਇੰਚੀ ਟੇਪ ਜਿਹਨੂੰ ਆਪਾਂ ਸਕੇਲ ਦੂਸਰਾ ਕਹਿੰਦੇ ਹਾਂ ਕੱਪੜੇ ਨੂੰ ਜੱਜਮੈਂਟ ਵਾਲਾ, ਮੇਜਰਮੈਂਟ ਕਰਨ ਵਾਲਾ। ਤਾਂ ਬਿਲਕੁਲ ਸਿੰਪਲ ਜਿਹਾ ਉੱਤਰ ਹੈ ਇਹਦਾ ਕਿ ਉਹ ਲੀਟਰ ਵਿੱਚ ਹੀ ਦੁੱਧ ਮਿਣ ਕੇ ਦੇਵੇਗਾ। ਲਿਕਵਿਡ ਜਿਹੜਾ ਹੈ ਉਹ ਲੀਟਰ ਮਿਲੀਲੀਟਰ 'ਚ ਹੀ ਮਿਲਿਆ ਜਾਂਦਾ ਹੈ, ਅਤੇ ਭਾਂਡਾ ਇਹੀ ਬਣਦਾ ਹੈ। ਉੱਤਰ ਆਏਗਾ ਐੜਾ। ਅੱਗੇ ਚੱਲਦੇ। ਇੱਕ ਵਿਅਕਤੀ ਰਾਜਸਥਾਨ ਤੋਂ ਬਿਹਾਰ ਵੱਲ ਜਾ ਰਿਹਾ ਹੈ। ਨਕਸ਼ੇ ਦੀ ਮਦਦ ਨਾਲ ਦੱਸੋ ਕਿ ਉਹ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ। ਔਰ ਰਾਜਸਥਾਨ ਤੋਂ ਬਿਹਾਰ ਰਿਹਾ ਹੈ, ਮਤਲਬ ਇਹ ਕਿ ਉਹ ਇਸ ਦਿਸ਼ਾ ਤੋਂ ਇਸ ਦਿਸ਼ਾ ਵੱਲ ਜਾ ਰਿਹਾ ਹੈ। ਇਸ ਦਾ ਮਤਲਬ ਉਹ ਤੈਨੂੰ ਮੈਂ ਦੱਸਿਆ ਸੀ ਕਿ ਇੱਧਰਲੀ ਦਿਸ਼ਾ ਜਿਹੜੀ ਹੈ ਇਹ ਪੂਰਬ ਹੈ, ਇਹ ਪੱਛਮ ਹੈ, ਇਹ ਉੱਤਰ ਹੈ, ਔਰ ਇਹ ਦੱਖਣ ਹੈ। ਅਗਰ ਉਹ ਹੁਣ ਰਾਜਸਥਾਨ ਤੋਂ ਬਿਹਾਰ ਵੱਲ ਨੂੰ ਜਾ ਰਿਹਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਪੱਛਮ ਤੋਂ ਪੂਰਬ ਵੱਲ ਨੂੰ ਜਾ ਰਿਹਾ ਹੈ, ਉਹ ਪੂਰਬ ਵੱਲ ਨੂੰ ਜਾ ਰਿਹਾ ਹੈ। ਉੱਤਰ ਆਏਗਾ ਈੜੀ। ਪ੍ਰਸ਼ਨ ਨੰਬਰ 5, ਜਿਹੜਾ ਕਿ ਪਹਿਲਾਂ ਵੀ ਆ ਚੁੱਕਾ ਹੈ। ਨਕਸ਼ੇ ਉੱਤੇ ਸੜਕ ਮਾਰਗ ਦਰਸਾਉਣ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ? ਪਹਿਲਾਂ ਜਿਹੜਾ ਪ੍ਰਸ਼ਨ ਪੁੱਛਿਆ ਗਿਆ ਸੀ ਉਹ ਨਦੀਆਂ ਦਰਿਆਵਾਂ ਦਾ ਪੁੱਛਿਆ ਗਿਆ ਸੀ। ਇਸ ਵਾਰ ਜਿਹੜਾ ਹੈ ਉਹ ਸੜਕ ਬਾਰੇ ਪੁੱਛ ਲਿਆ ਗਿਆ ਹੈ। ਤਾਂ ਫਿਰ ਮੈਂ ਵਿਸਥਾਰ ਦੇਵਾਂਗਾ ਕਿ ਪਹਿਲਾ ਜਿਹੜਾ ਨਕਸ਼ਾ ਹੈ ਉਹ ਨਕਸ਼ੇ ਦੇ ਉੱਪਰ ਅੰਕਿਤ ਕੀਤਾ ਹੁੰਦਾ ਹੈ, ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਇਹ ਨਦੀਆਂ ਨਾਲੇ ਦਰਸਾ ਰਿਹਾ, ਨਹਿਰਾਂ ਦਰਸਾ ਰਿਹਾ। ਇਹ ਜਿਹੜਾ ਹੈ ਇਹ ਸੜਕਾਂ ਨੂੰ ਦਰਸਾਉਂਦਾ, ਲੋਕੇਸ਼ਨ ਦਰਸਾਉਂਦਾ। ਇਹ ਰਾਜਾਂ ਦੀਆਂ ਰਾਜਧਾਨੀਆਂ ਅਤੇ ਦੇਸ਼ ਵੀ ਦਰਸਾਉਂਦਾ, ਔਰ ਇਹ ਜਿਹੜਾ ਹੈ ਇਹ ਰੇਲਵੇ ਲਾਈਨ ਨੂੰ ਦਰਸਾਉਂਦਾ ਹੈ। ਸੋ ਉੱਤਰ ਸਾਡਾ ਆਏਗਾ ਐੜਾ। ਨੈਕਸਟ, ਵਿਦਿਆਰਥੀ ਪ੍ਰਸ਼ਨਾਵਲੀ, ਪੀਪਲਸ ਕੁਐਸਚਨੇਅਰ। ਤੁਹਾਡੀ ਮਾਤਾ ਜੀ ਦੀ ਵਿਦਿਅਕ ਯੋਗਤਾ ਕਿੰਨੀ ਹੈ? ਤਾਂ ਬੜਾ ਸਿੰਪਲ ਹੈ, ਤੁਸੀਂ ਸਿੰਪਲੀ ਆਪਣੇ ਮਾਤਾ ਜੀ ਨੂੰ ਦੇਖੋ ਕਿੰਨਾ ਪੜ੍ਹੇ ਲਿਖੇ ਨੇ, ਉਹਨਾਂ ਨੂੰ ਪੁੱਛੋ, ਤੁਹਾਨੂੰ ਪਤਾ ਵੀ ਹੋਏਗਾ, ਉਸ ਦੇ ਅਨੁਸਾਰ ਦਾ ਉੱਤਰ ਦੇ ਦਿਓ। ਅਗਰ ਉਹ ਪੜ੍ਹੇ ਲਿਖੇ ਨਹੀਂ ਹਨ ਤਾਂ ਉਹ ਪੜ੍ਹ ਨਹੀਂ ਸਕਦੇ ਵੀ ਚਾਹਣਗੇ। ਅਗਰ ਉਹ ਪ੍ਰਾਇਮਰੀ ਤੋਂ ਘੱਟ ਹਨ ਤਾਂ ਇਹ ਟਿਕ ਕਰੋ। ਅਗਰ ਪ੍ਰਾਇਮਰੀ ਤੱਕ ਹਨ ਤਾਂ ਪ੍ਰਾਇਮਰੀ ਇਸੇ ਤਰ੍ਹਾਂ ਹੀ ਦੇਖ ਕੇ ਤੁਸੀਂ ਉਹਨਾਂ ਕੋਲ ਪੁੱਛ ਕੇ ਟਿਕ ਕਰ ਸਕਦੇ ਹੋ। ਤੁਹਾਡੀ ਮਾਤਾ ਜੀ ਕੀ ਕੰਮ ਕਰਦੇ ਹਨ? ਖੇਤੀਬਾੜੀ ਕਰਦੇ ਨੇ, ਮਤਲਬ ਖੇਤੀਬਾੜੀ ਵਿੱਚ ਹੱਥ ਵਟਾਉਂਦੇ ਨੇ, ਸਵੈ ਰੁਜ਼ਗਾਰ ਕਰਦੇ ਨੇ, ਕੋਈ ਘਰ 'ਚ ਆਪਣਾ ਕੰਮ ਉਹਨਾਂ ਨੇ ਖੋਲ੍ਹਿਆ, ਆਪਣਾ ਕੰਮ ਖੁਦ ਕਰਦੇ ਆ, ਮਜ਼ਦੂਰੀ ਕਰਦੇ ਆ, ਜਾਂ ਛੋਟਾ ਕੋਈ ਉਦਯੋਗ ਕਰਦੇ ਆ।
ਜਾਂ ਸਰਕਾਰੀ ਕਰਮਚਾਰੀ ਨੇ, ਕੋਈ ਸਰਕਾਰੀ ਨੌਕਰੀ ਕਰਦੇ ਆ, ਘਰੇਲੂ ਕੰਮ ਕਰਦੇ ਆ, ਜਾਂ ਬੇਰੁਜ਼ਗਾਰ ਨੇ। ਇਹਨਾਂ ਸਾਰਿਆਂ ਵਿੱਚੋਂ ਤੁਸੀਂ ਲਿਖ ਸਕਦੇ ਹੋ, ਕਿਉਂਕਿ ਬੇਰੁਜ਼ਗਾਰ ਸ਼ਾਇਦ ਨਹੀਂ ਆਏਗਾ, ਕਿਉਂਕਿ ਘਰੇਲੂ ਕੰਮ ਤਾਂ ਹਰ ਔਰਤ ਜਿਹੜੀ ਉਹ ਕਰਦੀ ਹੈ, ਸਾਡੀਆਂ ਮਾਵਾਂ ਭੈਣਾਂ ਕਰਦੀਆਂ ਨੇ। ਸੋ ਇਸ ਕਰਕੇ ਆਪਾਂ ਆਪਣੇ ਮਾਤਾ ਜੀ ਨੂੰ ਘਰੇਲੂ ਕੰਮ ਜਿਹੜਾ ਹੈ ਉਸ 'ਤੇ ਟਿਕ ਲਗਾ ਸਕਦੇ ਹਾਂ, ਆਪਸ਼ਨ ਹੋ ਸਕਦੀ ਹੈ। ਬਾਕੀ ਆਪਸ਼ਨ ਤੁਸੀਂ ਦੇਖ ਕੇ ਲਾਉਣੀ ਹੈ ਕੋਈ ਕੀ ਕਰਦੇ ਨੇ। ਪ੍ਰਸ਼ਨ ਨੰਬਰ 3, ਕੀ ਤੁਹਾਨੂੰ ਅਧਿਆਪਕ ਦਾ ਪੜ੍ਹਾਇਆ ਪਾਠ ਸਮਝ ਲੱਗਦਾ ਹੈ? ਤਾਂ ਅਗਰ ਸਮਝ ਲੱਗਦਾ ਹੈ ਤਾਂ ਹਾਂ, ਅਗਰ ਨਹੀਂ ਲੱਗਦਾ ਤਾਂ ਨਹੀਂ। ਕੀ ਸਕੂਲ ਵਿੱਚ ਤੁਹਾਨੂੰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ? ਤਾਂ ਮੈਂ ਕਹਾਂਗਾ ਕਿ ਬਿਲਕੁਲ ਕਰਵਾਈਆਂ ਜਾਂਦੀਆਂ ਨੇ। ਇਸ ਕਰਕੇ ਤੁਸੀਂ ਆਪਣੀ ਆਪਸ਼ਨ ਜਿਹੜੀ ਹੈ ਹਰ ਰੋਜ਼, ਹਫ਼ਤੇ 'ਚ ਇੱਕ ਵਾਰ, ਕਦੇ ਕਦੇ ਜਾਂ ਕਦੇ ਨਹੀਂ ਵਿੱਚੋਂ ਚੁਣ ਸਕਦੇ ਜੀ। ਪ੍ਰਸ਼ਨ ਨੰਬਰ 5, ਕੀ ਤੁਹਾਡੇ ਘਰ ਵਿੱਚ ਟੈਲੀਵਿਜ਼ਨ ਹੈ? ਤਾਂ ਕੋਈ ਵੀ ਘਰ ਇਹੋ ਜਿਹਾ ਨਹੀਂ ਹੋਏਗਾ ਜਿੱਥੇ ਟੈਲੀਵਿਜ਼ਨ ਨਹੀਂ ਹੋਏਗਾ। ਉੱਤਰ ਆਏਗਾ ਹਾਂ। ਸੋ ਇਹ ਸੀ ਬੇਟਾ ਅੱਜ ਦੀ ਪ੍ਰਸ਼ਨਾਵਲੀ। ਅਗਲੀ ਪ੍ਰਸ਼ਨਾਵਲੀ 'ਚ ਫਿਰ ਹਾਜ਼ਰ ਹੋਵਾਂਗੇ। ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।